Now plus one class. ਨੈਕਸਟ ਇੰਟਰਸਟਿੰਗ ਟੋਪਿਕ ਇਜ਼ ਕਾਰਡੀਓਵੈਸਕੂਲਰ ਡਿਜ਼ੀਜ਼ਿਸ। ਠੀਕ ਹੈ ਜੀ। ਸੋ ਬਹੁਤ ਸਾਰੀਆਂ ਡਿਜ਼ੀਜ਼ਿਸ ਆ ਜਿਹੜੀਆਂ ਕਿ ਬਲੱਡ ਵੈਸਲਸ ਅਤੇ ਹਾਰਟ ਨੂੰ ਹੀ ਇਫੈਕਟ ਕਰਨਗੀਆਂ, ਕਿਉਂਕਿ ਕਾਰਡੀਓ ਵਰਡ ਜੋ ਹੈ ਉਹ ਹਾਰਟ ਦੇ ਲਈ ਹੀ ਯੂਜ਼ ਹੁੰਦਾ। ਠੀਕ। ਸੋ ਇਹਦੇ ਵਿੱਚ ਬੱਚੇ ਤੁਹਾਡੇ ਕੋਲ ਆ ਜਾਂਦੀਆਂ ਹਾਈਪਰਟੈਂਸਿਵ ਹਾਰਟ ਡਿਜ਼ੀਜ਼ਿਸ ਆ ਜਾਂਦੇ, ਕੋਰੋਨਰੀ ਹਾਰਟ ਡਿਜ਼ੀਜ਼ਿਸ ਆ ਜਾਂਦੀਆਂ, ਰੋਮੈਟਿਕ ਹਾਰਟ ਬਲੋਕ ਅਤੇ ਸਟ੍ਰੋਕ। ਇਹ ਸਾਰੀਆਂ ਹਾਰਟ ਨਾਲ ਰਿਲੇਟਡ ਡਿਜ਼ੀਜ਼ਿਸ ਹੈਗੀਆਂ ਨੇ। ਠੀਕ ਹੈ। ਸੋ ਮੇਜਰ ਕਾਜ਼ ਬਣ ਜਾਂਦੀਆਂ ਡੈਥ ਦਾ। ਸੋ ਨੋਟੇਬਲ ਫੀਚਰ ਜਿਹੜਾ ਹੈਗਾ, ਜ਼ਿਆਦਾਤਰ ਯੰਗਰ ਜਿਹੜੇ ਪਰਸਨ ਹੈਗੇ ਆ ਨਾ, ਉਹਨਾਂ ਨੂੰ ਜ਼ਿਆਦਾ ਹਾਰਟ ਡਿਜ਼ੀਜ਼ ਹੋ ਰਹੀਆਂ ਨੇ। ਦੇਖੋ ਉਹ ਜ਼ਿਆਦਾ ਇਫੈਕਟ ਹੋ ਰਹੇ ਆ। ਸੋ ਤੁਹਾਡੇ ਕੋਲ ਹੁਣ ਆ ਜਾਂਦੀਆਂ ਹਾਈਪਰਟੈਂਸਿਵ ਹਾਰਟ ਡਿਜ਼ੀਜ਼ ਦੇ ਵਿੱਚ ਤੁਹਾਡੇ ਕੋਲ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਗਿਆ ਆਰਟਰੀਓਸਕਲੀਰੋਸਿਸ। ਓਕੇ। ਸੋ ਨੇਮ ਤੋਂ ਪਤਾ ਲੱਗਦਾ ਪਿਆ ਆਰਟਰੀ, ਹੈ ਨਾ। ਸੋ ਆਰਟੀਰੀਆ ਦਾ ਮਤਲਬ ਆਰਟਰੀ, ਸਕਲੀਰੋਸਿਸ ਦਾ ਮਤਲਬ ਕਿ ਹਾਰਡਨੈਸ। ਇਸੇ ਤਰੀਕੇ ਦੇ ਨਾਲ, ਠੀਕ ਹੈ। ਸੋ ਪੇਸਟੀ ਮਟੀਰੀਅਲ ਜੇਕਰ ਡਿਪੋਜ਼ਿਟ ਹੋ ਜਾਂਦਾ, ਠੀਕ ਹੈ, ਐਥੀਰੋਮਾ ਅੱਗੇ ਜਾ ਕੇ ਡਿਜ਼ੀਜ਼ ਆ ਜਾਣੀ ਹੈ। ਸੋ ਹਾਰਟ ਦੇ ਅੰਦਰ ਇੱਕ ਤਰ੍ਹਾਂ ਦਾ ਇੱਕ ਪੇਸਟੀ ਮਟੀਰੀਅਲ ਜਿਹੜਾ ਹੈਗਾ ਡਿਪੋਜ਼ਿਟ ਹੋ ਜਾਂਦਾ, ਅਤੇ ਟਿਊਮਰ ਲਾਈਕ ਸਟਰਕਚਰ ਜਿਹੜਾ ਉਹਦੀ ਫੋਰਮੇਸ਼ਨ ਹੋ ਜਾਂਦੀ ਹੈ। ਸੋ ਆਰਟੀਰੀਓਸਕਲੀਰੋਸਿਸ ਜਿਹੜਾ ਹੈਗਾ, ਠੀਕ ਹੈ, ਆਰਟਰੀਜ਼ ਹਾਰਡ ਹੋ ਜਾਂਦੀਆਂ ਨੇ, ਆਰਟੀਰੀਓਲਸ ਵੀ ਹਾਰਡ ਹੋ ਜਾਂਦੇ ਆ, ਕਿਉਂਕਿ ਉਹਨਾਂ ਦੇ ਫਾਈਬਰਸ ਟਿਸ਼ੂ ਦੀ ਬਹੁਤ ਜ਼ਿਆਦਾ ਥਿਕਨਿਕ ਹੋ ਜਾਂਦੀ ਹੈ, ਉਹਨਾਂ ਦੀ ਇਲਾਸਟਿਸਿਟੀ ਬਿਲਕੁਲ ਖਤਮ ਹੋ ਜਾਂਦੀ ਹੈ ਨਾ, ਮੂਵ ਵੀ ਨਹੀਂ ਕਰ ਪਾਉਂਦੀਆਂ ਆਰਟਰੀਜ਼ ਜਿਹੜੀਆਂ ਹੈਗੀਆਂ ਨੇ। ਠੀਕ ਹੈ। ਸੋ ਜਿਹਦੇ ਕਰਕੇ ਕਿ ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ। ਇਸ ਕੇਸ ਦੇ ਵਿੱਚ ਕੈਲਸ਼ੀਅਮ ਸਾਲਟ ਜਿਹੜੇ ਹੈਗੇ ਉਹਨਾਂ ਦੇ ਪ੍ਰੈਸੀਪੀਟੇਟ ਬਣਾ ਲੈਂਦੇ ਕੋਲੈਸਟਰੋਲ ਦੇ ਨਾਲ ਮਿਲ ਕੇ। ਠੀਕ ਹੈ। ਸੋ ਇੱਕ ਤਰੀਕੇ ਦੀ ਪਲੈਕਿਊ ਫੋਰਮੇਸ਼ਨ ਵੀ, ਇੱਕ ਹਾਰਡ ਜਿਹਾ ਸਟਰਕਚਰ ਬਣ ਜਾਂਦਾ ਹੈਗਾ ਆਰਟਰੀ ਦੇ ਅੰਦਰ, ਜਿਹਨੂੰ ਅਸੀਂ ਪਲੈਕਿਊ ਵੀ ਕਹਿੰਦੇ ਹਾਂ। ਠੀਕ। ਸੋ ਇਹਦੇ ਕਰਕੇ ਕੀ ਹੋ ਜਾਂਦਾ, ਆਰਟਰੀ ਦੀ ਆਵਾਜ਼ ਇੰਨੀਆਂ ਕੁ ਸਟਿਫ, ਇੰਨੀਆਂ ਕੁ ਰਿਜਡ ਹੋ ਜਾਂਦੀਆਂ, ਇੱਦਾਂ ਦੀਆਂ ਆਰਟਰੀਜ਼ ਜਿਹੜੀਆਂ ਹੈਗੀਆਂ ਨੇ ਜ਼ਿਆਦਾ ਫੈਲ ਨਹੀਂ ਸਕਦੀਆਂ। ਠੀਕ ਹੈ ਨਾ। ਸੋ ਇਲਾਸਟਿਸਿਟੀ ਕਹਿ ਲਓ, ਉਹਨਾਂ ਦੀ ਫਲੈਕਸੀਬਿਲਿਟੀ ਖਤਮ ਹੋ ਜਾਂਦੀ, ਇੰਨੀਆਂ ਹਾਰਡ ਹੋ ਜਾਂਦੀਆਂ ਆਰਟਰੀਜ਼, ਅਤੇ ਫਿਰ ਰਪਚਰ ਕਰ ਜਾਂਦੀਆਂ, ਹੈ ਨਾ। ਸੋ ਇੱਦਾਂ ਦੇ ਰਪਚਰਡ ਵੈਸਲਸ ਦੇ ਵਿੱਚੋਂ ਦੀ ਜਦੋਂ ਬਲੱਡ ਜਿਹੜਾ ਹੈਗਾ ਬਾਹਰ ਨਿਕਲਦਾ, ਸੋ ਉਹਦੇ ਨਾਲ ਕੀ ਹੈ ਕਿ ਬਲੱਡ ਦੇ ਫਲੋ ਦੇ ਵਿੱਚ ਬਲੌਕ ਸਿਸਟਮ ਆ ਜਾਂਦਾ, ਕਲੌਟ ਫੋਰਮੇਸ਼ਨ ਹੋ ਜਾਂਦੀ ਹੈ। ਠੀਕ ਹੈ। ਸੋ ਕੋਰੋਨਰੀ ਆਰਟਰੀ ਦੇ ਵਿੱਚ ਜੇਕਰ ਇਸ ਤਰੀਕੇ ਦੇ ਨਾਲ ਹੋ ਜਾਏਗਾ, ਠੀਕ ਹੈ, ਸੋ ਹਾਰਟ ਅਟੈਕ ਦਾ, ਡੈਥ ਦਾ ਕਾਰਨ ਬਣ ਜਾਏਗਾ। ਅੱਗੇ ਤੁਹਾਡੇ ਕੋਲ ਆ ਗਿਆ ਐਥੀਰੋਮਾ। ਐਥੀਰੋਮਾ ਜਾਂ ਫਿਰ ਐਥੀਰੋਸਕਲੀਰੋਸਿਸ, ਉਹ ਸੀਗਾ ਆਰਟੀਰੀਓਸਕਲੀਰੋਸਿਸ, ਉਹਦੇ 'ਚ ਆਰਟਰੀਜ਼ ਹਾਰਡ ਹੋ ਰਹੀਆਂ ਸੀ, ਉਹਨਾਂ ਦੀ ਫਲੈਕਸੀਬਿਲਿਟੀ ਘਟਦੀ ਪਈ ਸੀ। ਐਥੀਰੋਮਾ ਜਾਂ ਐਥੀਰੀਓਸਕਲੀਰੋਸਿਸ ਜਿਹੜਾ ਹੈਗਾ, ਠੀਕ ਹੈ, ਇਹਦੇ 'ਚ ਆਰਟਰੀਜ਼, ਆਰਟੀਰੀਓਲਸ ਜਿਹੜੇ ਹੈਗੇ ਆ, ਠੀਕ ਹੈ, ਉਹ ਬਹੁਤ ਹੀ ਜ਼ਿਆਦਾ ਨੈਰੋ ਹੋ ਜਾਂਦੇ, ਕਿਉਂਕਿ ਉਹਨਾਂ ਦੇ ਅੰਦਰ ਫੈਟਸ, ਕੋਲੈਸਟਰੋਲ ਵਗੈਰਾ ਜਾਂ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦੇ ਆ, ਹੈ ਨਾ। ਜਿੱਦਾਂ ਕਿ ਉਹਨਾਂ ਦੀਆਂ ਕਿਹੜੀ ਲਾਈਨਿੰਗ ਹੁੰਦੀਆਂ ਨੇ, ਠੀਕ ਹੈ, ਆਰਟੀਰੀਓਲਸ ਦੇ ਪਤਾ ਹੀ ਤੁਹਾਨੂੰ, ਟਿਊਨਿਕਾ ਇੰਟਰਨਾ ਸਾਰਾ ਸਟਰਕਚਰ ਪੜਿਆ ਹੋਇਆ ਆਰਟਰੀ ਦਾ, ਹੈ ਨਾ। ਉਹਨਾਂ ਦੇ ਜਿਹੜੇ ਸਮੂਥ ਮਸਲਸ ਹੈ, ਦੇਖੋ ਇਹ ਤੁਹਾਨੂੰ ਡਾਇਗਰਾਮ ਵੀ ਦਿਖਾਈ ਹੋਈ ਹੈ। ਸੋ ਇਹ ਇੱਕ ਤੁਹਾਨੂੰ ਹੈਲਦੀ ਆਰਟਰੀ ਦਿਖਾਈ ਹੋਈ ਹੈ, ਸਟਰਕਚਰ ਉਹਦਾ ਅੰਦਰੋਂ ਦੀ ਦਿਖਾਇਆ ਹੋਇਆ। ਇਹ ਕੀ ਹੈ, ਆਰਟਰੀ ਦੇ ਅੰਦਰ ਵਾਲੀ ਸਾਈਡ 'ਤੇ ਫੈਟ ਡਿਪੋਜ਼ਿਟ ਹੋਣੇ ਸ਼ੁਰੂ ਹੋ ਗਏ, ਸਮਝਦੇ ਪਏ ਹੋ। ਠੀਕ ਹੈ। ਥੋੜ੍ਹੇ ਜਿਹੇ ਫੈਟਸ ਡਿਪੋਜ਼ਿਟ ਹੋਏ ਆ। ਠੀਕ। ਸੋ ਇੰਨੇ ਜ਼ਿਆਦਾ ਫੈਟ ਡਿਪੋਜ਼ਿਟ ਹੋ ਕੇ ਦੇਖੋ ਕਿੰਨਾ ਹਾਰਡ ਸਟਰਕਚਰ ਬਣ ਗਿਆ, ਪਲੈਕੂਈ, ਇੱਕ ਬਹੁਤ ਹੀ ਹਾਰਡ ਸਟਰਕਚਰ ਆਰਟਰੀ ਦੇ ਅੰਦਰ ਬਣ ਚੁੱਕਾ ਹੈਗਾ, ਪਲੈਕੂਈ, ਹੈ ਨਾ। ਸੋ ਫੈਟਸ ਡਿਪੋਜ਼ਿਟ ਹੋ ਕੇ, ਠੀਕ ਹੈ। ਸੋ ਅੰਦਰ ਵਾਲੀ ਲਾਈਨਿੰਗ ਜਿਹੜੀ ਆ ਉੱਥੇ ਹੌਲੀ ਹੌਲੀ ਇਹ ਪਲੈਕੂਇਜ਼ ਜਿਹੜੇ ਹੈਗੇ ਆ, ਠੀਕ ਹੈ, ਸੋ ਨੈਚੁਰਲੀ ਬੱਚੇ ਜਦੋਂ ਇਸ ਹਾਰਡ ਮਟੀਰੀਅਲ ਦੇ ਨਾਲ ਆਰਟਰੀ ਅੰਦਰੋਂ ਦੀ ਭਰ ਜਾਏਗੀ, ਸੋ ਆਰਟਰੀ ਦੇ ਅੰਦਰ ਜਿਹੜਾ ਲਿਊਮਨ ਖਾਲੀ ਜਗ੍ਹਾ ਜਿਹੜੀ ਬਚੀ ਹੈਗੀ ਆ, ਉਹ ਨੈਰੋ ਹੋਣੀ ਸ਼ੁਰੂ ਹੋ ਜਾਏਗੀ, ਜਿਹਦੇ ਕਰਕੇ ਕਿ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਹੋ ਜਾਏਗਾ। ਠੀਕ ਹੈ। ਕਿਉਂਕਿ ਇਸ ਨੈਰੋ ਜੀ ਟਿਊਬ ਦੇ ਵਿੱਚੋਂ ਦੀ ਹੀ ਬਲੱਡ ਨੇ ਫਲੋ ਕਰਨਾ ਹੈਗਾ ਨਾ। ਸੋ ਕਿਉਂਕਿ ਬਲੱਡ ਨੂੰ ਰਸਤਾ ਚਾਹੀਦਾ ਜਾਣ ਵਾਸਤੇ, ਤਾਂ ਜੇਕਰ ਆਰਟਰੀ ਇੰਨੀ ਤੰਗ ਹੋ ਜਾਏਗੀ ਤਾਂ ਬਲੱਡ ਕਿੱਦਾਂ ਫਲੋ ਕਰੇਗਾ, ਤਾਂ ਨੈਚੁਰਲੀ ਬਹੁਤ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਹੋ ਜਾਏਗਾ ਬਲੱਡ ਦਾ। ਠੀਕ ਹੈ। ਸੋ ਸਮੂਥ ਮਸਲਸ ਜਿਹੜੇ ਹੈਗੇ ਆ ਉਹ ਪ੍ਰੋਲੀਫਰੇਟ ਹੋ ਜਾਂਦੇ ਆ। ਸੋ ਕਿਉਂਕਿ ਜਿਹੜਾ ਪਲੈਕਿਊ ਹੈਗਾ, ਉਹ ਪਲੈਟਲੈਟਸ ਜਿਹੜੇ ਹੈਗੇ ਆ, ਉਹਨਾਂ ਦੇ ਲਈ ਵੀ ਇੱਕ ਰਫ ਜਿਹਾ ਸਰਫੇਸ ਪ੍ਰੋਵਾਈਡ ਕਰਦਾ, ਜਿਹਦੇ ਕਰਕੇ ਕਿ PDGF ਕੀ ਹੈਗਾ, ਇੱਕ ਪਲੈਟਲੈਟ ਡਰਾਈਵਡ ਗਰੋਥ ਫੈਕਟਰ ਜਿਹੜਾ ਹੈਗਾ ਉਹਨਾਂ ਦੇ ਵਿੱਚੋਂ ਦੀ ਨਿਕਲਣਾ ਸ਼ੁਰੂ ਹੋ ਜਾਂਦਾ। ਦੇਖੋ ਕਿੰਨੀਆਂ ਹੋਰ ਚੀਜ਼ਾਂ ਦੇ ਵੀ ਤਾਂ ਸਾਈਡ ਇਫੈਕਟਸ ਵੀ ਤਾਂ ਹੈਗੇ ਆ ਨਾ। ਇੱਦਾਂ ਦੇ ਪਲੈਕਿਊ ਜਿਹੜੇ ਹੈਗੇ ਕੋਰੋਨਰੀ ਆਰਟਰੀ ਦੇ ਵਿੱਚ ਬਣੇ ਆ, ਬਲੱਡ ਸਪਲਾਈ ਹਾਰਟ ਨੂੰ ਬਹੁਤ ਜ਼ਿਆਦਾ ਘੱਟ ਜਾਏਗੀ, ਤਕਰੀਬਨ ਰੁਕ ਹੀ ਜਾਏਗੀ, ਬਲੋਕੇਜ ਹੀ ਹੋ ਜਾਏਗੀ, ਹੈ ਨਾ। ਇਹਦੇ ਕਰਕੇ ਹਾਰਟ ਅਟੈਕ ਹੋ ਜਾਂਦਾ। ਹਾਈ ਬਲੱਡ ਪਲਾਜ਼ਮਾ ਕੰਸਨਟ੍ਰੇਸ਼ਨ ਜਿਹੜੀ ਹੈਗੀ ਹੈ, LDL, ਲੋ ਡੈਂਸਿਟੀ ਲਿਪੋਪ੍ਰੋਟੀਨਸ, ਹੈ ਨਾ। ਸੋ ਲਿਪੋਪ੍ਰੋਟੀਨਸ ਦੀ ਡੈਂਸਿਟੀ ਜੇਕਰ ਘੱਟ ਜਾਂਦੀ ਹੈ ਨਾ, ਠੀਕ ਹੈ। ਸੋ ਅਤੇ ਜਿਹੜਾ ਬਲੱਡ ਦਾ ਪਲਾਜ਼ਮਾ ਹੈਗਾ, ਠੀਕ ਹੈ ਨਾ, ਉਹ ਜ਼ਿਆਦਾ ਕੰਸਨਟਰੇਟ ਹੋ ਜਾਂਦਾ, ਉਹਦੇ ਕਰਕੇ ਵੀ ਇਹ ਪ੍ਰੋਬਲਮ ਹੋ ਸਕਦੀ ਹੈ। ਆਰਟਰੀ ਦਾ ਇਨਰ ਸਰਫੇਸ ਇਰਰੈਗੂਲਰ ਹੋ ਜਾਂਦਾ, ਜਿਹਦੇ ਕਰਕੇ ਕਿ ਕਲੌਟ ਬਣ ਜਾਂਦਾ। ਇਹਨੂੰ ਅਸੀਂ ਹੋਰ ਕੀ ਕਹਿੰਦੇ ਹਾਂ, ਥਰੋਮਬੋਸਿਸ। ਐਗ, ਮੀਟ, ਬਟਰ, ਘੀ ਵਗੈਰਾ ਜਿਹੜੇ ਹੈਗੇ ਆ, ਠੀਕ ਹੈ। ਸੋ ਕੋਲੈਸਟਰੋਲ ਰਿਚ ਜੇਕਰ ਅਸੀਂ ਫੂਡ ਖਾਵਾਂਗੇ, ਉਹਦੇ ਕਰਕੇ ਵੀ ਐਥੀਰੋਮਾ ਹੁੰਦਾ। ਸੋ ਹਰ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਹੈਗਾ। ਹਾਈਪਰਟੈਂਸ਼ਨ, ਠੀਕ ਹੈ। ਸੋ ਨਰਵਸ ਟੈਂਸ਼ਨ ਜਾਂ ਫਿਰ ਇਮੋਸ਼ਨਲ ਸਟਰੈਸ ਦੇ ਕਰੇ ਕੋ ਅਸੀਂ ਗੁੱਸਾ ਬਹੁਤ ਜ਼ਿਆਦਾ ਕਰਦੇ ਹਾਂ, ਐਕਸਾਈਟਮੈਂਟ ਸਾਨੂੰ ਬਹੁਤ ਜ਼ਿਆਦਾ ਹੋ ਜਾਂਦੀ ਕਈ ਵਾਰੀ, ਫੀਅਰ, ਠੀਕ ਹੈ ਨਾ, ਡਿਪਰੈਸ਼ਨ, ਸਟਰੈਸ, ਬਹੁਤ ਹੀ ਜ਼ਿਆਦਾ ਖੁਸ਼ੀ ਵੀ ਜਿਹੜੀ ਹੈਗੀ ਆ ਨਾ, ਉਹਦੇ ਕਰਕੇ ਵੀ ਕਈ ਵਾਰੀ ਬੱਚੇ ਆਰਟਰੀਜ਼ ਦੀ ਕੀ ਹੋ ਜਾਂਦੀ, ਕੰਟਰੈਕਸ਼ਨ ਹੋ ਜਾਂਦੀ। ਤੁਹਾਨੂੰ ਪਹਿਲਾਂ ਹੀ ਦੱਸਿਆ ਹੈਗਾ ਨਾ, ਜਦੋਂ ਕੋਈ ਚੀਜ਼ ਤੰਗ ਹੋ ਜਾਏਗੀ, ਠੀਕ ਹੈ, ਸੋ ਉੱਥੋਂ ਦੀ ਜੇਕਰ ਲੰਘਣਾ ਹੈ ਤਾਂ ਫਿਰ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਹੀ ਲੰਘਿਆ ਜਾਏਗਾ ਨਾ।
ਸੋ ਇਹਦੇ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈਗਾ, ਟੈਨਸ਼ਨ ਸਟ੍ਰੈਸ ਦੇ ਕਰਕੇ, ਠੀਕ ਹੈ, ਲਗਾਤਾਰ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਹੈਗਾ, ਠੀਕ। ਸੋ ਇਸ ਤਰੀਕੇ ਦੇ ਨਾਲ ਪਰਸਿਸਟੈਂਟਲੀ, ਠੀਕ ਹੈ, ਜੇਕਰ ਕਹਿੰਦਾ ਰੈਸਟਿੰਗ ਆਰਟੀਰੀਅਲ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਉਹ 120 ਤੋਂ 80 mm ਆਫ ਮਰਕਰੀ ਰਵੇ, ਹੈ ਨਾ, ਠੀਕ ਹੈ। ਸੋ ਇਹਦੇ ਤੋਂ ਨੋਰਮਲ ਬਲੱਡ ਪ੍ਰੈਸ਼ਰ ਤਾਂ 120 ਤੋਂ 80 ਹੈ, ਠੀਕ ਹੈ। ਸੋ ਰੈਸਟਿੰਗ ਆਰਟੀਰੀਅਲ ਬਲੱਡ ਪ੍ਰੈਸ਼ਰ ਵੀ ਜੇਕਰ ਇਹਦੇ ਤੋਂ ਜ਼ਿਆਦਾ ਹੋ ਜਾਏ ਉਹਨੂੰ ਅਸੀਂ ਕਹਿੰਦੇ ਨੇ ਹਾਈਪਰਟੈਂਸ਼ਨ, ਠੀਕ ਹੈ ਜੀ। ਸੋ ਇੱਦਾਂ ਦੇ ਕੇਸਿਸ ਦੇ ਵਿੱਚ ਹਾਰਟ ਜਿਹੜਾ ਹੈਗਾ ਜ਼ਿਆਦਾ ਉਹਨੂੰ ਵਰਕ ਕਰਨਾ ਪੈਂਦਾ ਬਲੱਡ ਨੂੰ ਪੰਪ ਕਰਨ ਦੇ ਲਈ, ਬਹੁਤ ਸਾਰੇ ਔਰਗਨਸ ਦੇ ਲਈ, ਠੀਕ ਹੈ ਜੀ। ਆਰਟੀਰੀਓਸਕਲੀਰੋਸਿਸ, ਠੀਕ ਹੈ, ਜਾਂ ਫਿਰ ਜਿਹੜਾ ਐਥੀਰੋਮਾ ਜਿਹੜੇ ਹੈਗੇ ਆ ਜੋ ਜ਼ਿਆਦਾ ਕਰਕੇ ਓਲਡ ਏਜ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੇ ਆ। ਹਾਈ ਬਲੱਡ ਪ੍ਰੈਸ਼ਰ ਇੱਕ ਤਰ੍ਹਾਂ ਦਾ ਸਾਇਲੈਂਟ ਕਿਲਰ ਹੈਗਾ, ਆਰਟਰੀਜ਼ ਨੂੰ, ਕਿਡਨੀਜ਼ ਵਗੈਰਾ ਦੇ ਨੂੰ, ਆਰਟਰੀਜ਼ ਨੂੰ ਡੈਮੇਜ ਕਰ ਦਿੰਦਾ ਹੈਗਾ, ਠੀਕ ਹੈ। ਸੋ ਜਿਹਨੂੰ ਅਸੀਂ ਹੋਰ ਕੀ ਕਹਿ ਦਿੰਦੇ ਹਾਂ, ਜੇਕਰ ਕਿਡਨੀ ਦੇ ਆਰਟਰੀਜ਼ ਡੈਮੇਜ ਹੋ ਜਾਣ ਉਹਨੂੰ ਅਸੀਂ ਕਹਿੰਦੇ ਕਰੋਨਿਕ ਨੈਫਰਾਈਟਸ। ਸੋ ਆਈਜ਼ ਵਗੈਰਾ ਦੇ ਜੇਕਰ ਹੋ ਜਾਂਦੀਆਂ ਤਾਂ ਬਲਾਈਂਡਨੈਸ ਹੋ ਜਾਂਦੀ ਹੈ, ਬ੍ਰੇਨ ਦਾ ਟੈਂਪਰੇਰੀ ਪਰਮਾਨੈਂਟ ਪੈਰਾਲਾਈਸਿਸ ਹੋ ਸਕਦਾ, ਇਹਨੂੰ ਅਸੀਂ ਸਟ੍ਰੋਕ ਵੀ ਕਹਿੰਦੇ ਹਾਂ। ਇਹ ਅੱਗੇ ਜਾ ਕੇ ਵੀ ਤੁਹਾਨੂੰ ਡਿਟੇਲ ਦੇ ਵਿੱਚ ਆਉਣਾ, ਸਾਰੀਆਂ ਰਿਲੇਟਡ ਡਿਜ਼ੀਜ਼ਿਜ਼ ਹੈਗੀਆਂ ਨੇ, ਥੋੜ੍ਹਾ ਇਹਨਾਂ ਨੂੰ ਨਾਮ ਦੇ ਦਿੱਤਾ ਗਿਆ, ਸਮਝਦੇ ਪਏ ਹੋ ਨਾ, ਠੀਕ ਹੈ। ਵੀ ਜਿੱਦਾਂ ਕਿਡਨੀ ਦੇ ਆਰਟਰੀਜ਼ ਜੇਕਰ ਡੈਮੇਜ ਹੋਈਆਂ ਤਾਂ ਉਹਨੂੰ ਅਸੀਂ ਕਹਿੰਦੇ ਤਾਂ ਕਰੋਨਿਕ ਨੈਫਰਾਈਟਸ, ਹੈ ਨਾ। ਬ੍ਰੇਨ ਜਿਹੜਾ ਹੈਗਾ, ਠੀਕ ਹੈ, ਸੋ ਉਹਦਾ ਪੈਰਾਲਾਈਸਿਸ ਹੋ ਗਿਆ ਹੈਗਾ, ਹੈ ਨਾ, ਆਰਟਰੀਜ਼ ਦੇ ਸਹੀ ਵਰਕ ਨਾ ਕਰਨ ਦੇ ਕਰਕੇ, ਹਾਈ ਬਲੱਡ ਪ੍ਰੈਸ਼ਰ ਦੇ ਕਰਕੇ, ਅਸੀਂ ਉਹਨੂੰ ਸਟ੍ਰੋਕ ਕਹਿ ਦਿੰਦੇ ਹਾਂ, ਠੀਕ ਹੈ। ਅਸੀਂ ਅੱਛਾ ਜੇਕਰ ਜ਼ਿਆਦਾ ਹੀ ਸੈਚੂਰੇਟਡ ਫੈਟਸ ਵਗੈਰਾ ਲੈਂਦੇ ਹਾਂ, ਸਮੋਕਿੰਗ ਹੈ, ਐਕਸਰਸਾਈਜ਼ ਵਗੈਰਾ ਨਹੀਂ ਕਰਦੇ, ਬਲੱਡ ਦਾ ਕੋਲੈਸਟਰੋਲ ਲੈਵਲ ਬਹੁਤ ਜ਼ਿਆਦਾ ਵਧਿਆ ਹੋਇਆ, ਸੋ ਇਹ ਸਾਰੇ ਕਾਰਨ ਹਾਈ ਬਲੱਡ ਪ੍ਰੈਸ਼ਰ ਦੇ, ਹੈ ਨਾ। 16% ਇੰਡੀਅਨ ਜਿਹੜੇ ਹੈਗੇ ਆ ਹਾਈਪਰਟੈਂਸਿਵ ਹੈ, ਇਹ ਸਾਰਾ ਕਿਤੇ ਅੰਡਰ ਆਉਂਦਾ ਬੱਚੇ, ਹਾਈਪਰਟੈਂਸਿਵ ਡਿਜ਼ੀਜ਼ ਸੀਗੀਆਂ ਇਹ, ਆਰਟੀਰੀਓਸਕਲੀਰੋਸਿਸ, ਐਥੀਰੋਮਾ ਅਤੇ ਹਾਈਪਰਟੈਂਸ਼ਨ, ਠੀਕ ਹੈ। ਸੋ ਰੀਸੈਂਟ ਸਰਵੇ ਜਿਹੜਾ ਹੈ ਕੀਤਾ ਗਿਆ ICMR ਦੇ ਦੁਆਰਾ, ਠੀਕ ਹੈ। ICMR ਕੀ ਹੈ, ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਹੈ ਨਾ। ਸੋ ਜਿਹੜੀਆਂ ਵੱਡੇ ਸ਼ਹਿਰ ਜਿਹੜੇ ਹੈਗੇ ਆ, ਬੰਬੇ ਹੋ ਗਿਆ, ਕੋਲਕਾਤਾ ਹੋ ਗਿਆ, ਦਿੱਲੀ ਹੋ ਗਿਆ, ਉੱਥੇ ਹਾਈਪਰਟੈਂਸ਼ਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ। ਫੋਰਚੂਨੇਟਲੀ ਹਾਈਪਰਟੈਂਸ਼ਨ ਜਿਹੜੀ ਹੈਗੀ ਆ, ਇਹਨੂੰ ਈਜ਼ੀ ਨਾਲ ਡਾਇਗਨੋਸ ਕੀਤਾ ਜਾ ਸਕਦਾ, ਕੰਟਰੋਲ ਕੀਤਾ ਜਾ ਸਕਦਾ ਦਵਾਈਆਂ ਦੇ ਕੇ, ਡਾਈਟ ਸਹੀ ਰੱਖ ਕੇ ਅਤੇ ਐਕਸਰਸਾਈਜ਼ ਕਰਕੇ, ਓਕੇ। ਕਈ ਵਾਰੀ ਹਾਈਪਰਟੈਂਸ਼ਨ ਇਨਹੈਰੀਐਂਟ ਵੀ ਹੈ, ਠੀਕ ਹੈ। ਵੀ ਜੇਕਰ ਫੈਮਿਲੀ ਦੇ ਵਿੱਚ ਹੀ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਨਾ, ਤਾਂ ਫਿਰ ਹੋ ਜਾਂਦੀ ਹੈ ਪ੍ਰੋਬਲਮ ਅੱਗੇ ਜਾ ਕੇ ਵੀ ਨਾ। ਕੋਰੋਨਰੀ ਹਾਰਟ ਡਿਜ਼ੀਜ਼ਿਸ ਕਿਹੜੀਆਂ ਹੈਗੀਆਂ ਨੇ? ਸੋ ਕੋਰੋਨਰੀ ਆਰਟਰੀ ਤੁਹਾਨੂੰ ਪਤਾ ਹੀ ਆਕਸੀਜਨ ਨਿਊਟ੍ਰੀਐਂਟ ਸਪਲਾਈ ਕਰਦੀਆਂ ਹਾਰਟ ਮਸਲਸ ਨੂੰ ਵੀ, ਅਤੇ ਵੇਸਟ ਜਿਹੜੀ ਹੈਗੀ ਆ ਬੋਡੀ ਦੇ ਵਿੱਚੋਂ ਦੀ ਉਹਨੂੰ ਰਿਮੂਵ ਕਰਦੀ ਹੈ। ਅਨਹੈਲਦੀ ਜੇਕਰ ਕੋਰੋਨਰੀ ਆਰਟਰੀਜ਼ ਹੋਣਗੀਆਂ ਤਾਂ ਉਹਦੇ ਕਰਕੇ ਹਾਰਟ ਦੀਆਂ ਡਿਜ਼ੀਜ਼ਿਸ ਹੋਣੀਆਂ ਹੀ ਹੋਣੀਆਂ। ਉਹਦੇ 'ਚ ਦੋ ਤਰੀਕੇ ਤੁਹਾਨੂੰ ਆ ਜਾਂਦੀਆਂ, ਠੀਕ ਹੈ, ਐਨਜਿੰਗਨਾ, ਠੀਕ ਹੈ, ਪੈਕਟੋਰਿਸ ਅਤੇ ਹਾਰਟ ਅਟੈਕ, ਓਕੇ। ਸੋ ਜਿਗਨਾ ਕਹਿ ਲਓ, ਗਾਈਨਾ ਕਹਿ ਲਓ, ਹੈ ਨਾ, ਠੀਕ ਹੈ। ਸੋ ਇਹ ਜੋ ਇਹਨੂੰ ਕੀ ਕਹਿੰਦੇ, ਪੇਨ ਇਨ ਦਾ ਚੈਸਟ, ਐਕਚੁਅਲੀ ਦੇ ਵਿੱਚ ਕੀ ਹੈ, ਛਾਤੀ ਦੇ ਵਿੱਚ ਦਰਦ ਹੋਣਾ, ਠੀਕ ਹੈ। ਸੋ ਦੇਖੋ ਹੁਣ ਇਹਦਾ ਕਾਰਨ ਕੀ ਹੋ ਸਕਦਾ, ਇਹਦਾ ਕਾਰਨ ਕੋਈ ਹੋਰ ਬਿਮਾਰੀ ਵੀ ਹੋ ਸਕਦੀ ਹੈ ਜਿਹੜੀਆਂ ਅਸੀਂ ਹੁਣੇ ਉੱਪਰ ਪੜ੍ਹ ਕੇ ਆਏ ਹਾਂ। ਆਰਟਰੀਜ਼ ਦੀ ਆਰਟੀਰੀਓਸਕਲੀਰੋਸਿਸ ਹੋ ਜਾਣਾ, ਠੀਕ ਹੈ ਨਾ। ਸੋ ਜਿਹਦੇ ਕਰਕੇ ਕਿ ਹਾਰਟ ਦੇ ਮਸਲਸ ਨੂੰ ਸਪਲਾਈ ਨਾ ਪਹੁੰਚ ਸਕੇ, ਹੈ ਨਾ, ਠੀਕ ਹੈ। ਸੋ ਆਰਟਰੀਜ਼ ਜਿਹੜੀਆਂ ਹੈਗੀਆਂ ਜਿੰਨੀ ਉਹਦੀ ਐਕਸਪੈਂਸ਼ਨ ਹੋਣੀ ਚਾਹੀਦੀ ਉਨੀ ਨਾ ਹੋਣਾ, ਠੀਕ ਹੈ, ਜਿਹਦੇ ਕਰਕੇ ਹਾਰਟ ਦੇ ਮਸਲਸ ਜਿਹੜੇ ਹੈਗੇ ਆ ਉਹਨਾਂ ਨੂੰ ਬਲੱਡ ਜਿਹੜਾ ਹੈਗਾ ਉਹ ਆਕਸੀਜਨ ਸਪਲਾਈ ਨਹੀਂ ਕਰ ਪਾਉਂਦਾ ਹੈਗਾ, ਹੈ ਨਾ। ਜਦੋਂ ਸਾਨੂੰ ਸਟ੍ਰੈਸ ਹੈ ਉਦੋਂ ਇਹ ਪ੍ਰੋਬਲਮਸ ਆ ਸਕਦੀਆਂ, ਆਕਸੀਜਨ ਦੀ ਕਮੀ ਹੋਣ ਦੇ ਕਰਕੇ ਹਾਰਟ ਦੇ ਮਸਲਸ ਜਿਹੜੇ ਹੈਗੇ ਆ ਉਹ ਉਹਨਾਂ ਦੇ ਅੰਦਰ ਪੇਨ ਹੋਣੀ ਸ਼ੁਰੂ ਹੋ ਜਾਂਦੀ, ਕੰਸਟ੍ਰਿਕਟਿੰਗ ਪੇਨ, ਹੈ ਨਾ। ਭਾਵੇਂ ਇਹ ਕੰਡੀਸ਼ਨ ਜਿਹੜੀ ਜਾਨਲੇਵਾ ਸਾਬਿਤ ਨਹੀਂ ਹੁੰਦੀ ਹੈਗੀ, ਠੀਕ ਹੈ, ਪਰ ਪੇਨ ਜਿਹੜੀ ਹੈਗੀ ਹੈ ਸੋ ਪਾਸਿਸ ਆਫ ਹੋ ਜਾਂਦੀ, ਇੰਨੀ ਤੇਜ਼ੀ ਦੇ ਨਾਲ ਗੁਜ਼ਰ ਜਾਂਦੀ ਹੈ, ਠੀਕ ਹੈ। ਸੋ ਜੇਕਰ ਅਸੀਂ ਕੋਈ ਮੈਡੀਸਨ ਵਗੈਰਾ ਜੇਕਰ ਲੈਂਦੇ ਹੈਗੇ ਹਾਂ ਤਾਂ ਫਿਰ ਥੋੜ੍ਹਾ ਰਿਲੀਫ ਮਿਲ ਜਾਂਦਾ, ਠੀਕ ਹੈ। ਇਹਦੇ ਕਰਕੇ ਜਿਹੜਾ ਪੇਨ ਹੈਗਾ ਸੋ ਜਿਹੜੀ ਇਸ ਡਿਜ਼ੀਜ਼ ਦੇ ਕਰਕੇ ਹੋ ਗਿਆ, ਐਨਜਿਗਨਾ ਪੈਕਟੋਰਿਸ ਦੇ ਕਰਕੇ, ਉਹਦੇ ਕਰਕੇ ਹਾਰਟ ਅਟੈਕ ਦੇ ਚਾਂਸਿਸ ਵੱਧ ਜਾਂਦੇ ਆ। ਸੋ ਕਲੋਟ ਫਾਰਮੇਸ਼ਨ ਜੇਕਰ ਹੋ ਗਈ ਹੈ ਕੋਰੋਨਰੀ ਆਰਟਰੀ ਦੇ ਅੰਦਰ, ਹੈ ਨਾ, ਬਲੱਡ ਦੀ ਸਪਲਾਈ ਜਿਹੜੀ ਹੈਗੀ ਹਾਰਟ ਮਸਲਸ ਨੂੰ ਰੁਕ ਗਈ ਹੈ, ਕਲੋਟ ਤੋਂ ਅੱਗੇ ਬਲੱਡ ਸਪਲਾਈ ਨਹੀਂ ਜਾ ਰਹੀ ਹੈਗੀ, ਕਲੋਟ ਬਣ ਗਿਆ ਹੈਗਾ। ਸੋ ਇਸ ਪਾਰਟ ਦੇ ਮਸਲ ਸੈਲ ਜਿਹੜੇ ਹੈਗੇ ਡਾਈ ਕਰ ਜਾਂਦੇ ਫਿਰ, ਕਿਉਂਕਿ ਉਹਨਾਂ ਨੂੰ ਆਕਸੀਜਨ ਗਲੂਕੋਜ਼ ਨਹੀਂ ਮਿਲ ਪਾਉਂਦਾ। ਇਹਨੂੰ ਅਸੀਂ ਹਾਰਟ ਅਟੈਕ ਕਹਿੰਦੇ ਹਾਂ, ਜਾਂ ਫਿਰ ਕੋਰੋਨਰੀ ਥ੍ਰੋਮਬੋਸਿਸ ਕਹਿੰਦੇ ਹਾਂ, ਹੈ ਨਾ, ਜਾਂ ਫਿਰ ਮਾਈਕੋਕਾਰਡੀਅਲ ਇਨਫਾਰਕਸ਼ਨ ਕਹਿੰਦੇ ਆ, ਸਮਝਦੇ ਪਏ ਹੋ, ਠੀਕ ਹੈ। ਸੇ ਜਾਨਲੇਵਾ ਸਾਬਿਤ ਹੋ ਸਕਦੀ ਹੈ, ਠੀਕ ਹੈ, ਜੇਕਰ ਜ਼ਿਆਦਾ ਏਰੀਆ ਅਫੈਕਟ ਹੋਇਆ, ਕਲੌਟ ਫਾਰਮੇਸ਼ਨ ਜ਼ਿਆਦਾ ਵੀ ਤਾਂ ਹੋ ਸਕਦੀ ਹੈ ਨਾ। ਇਲੈਕਟ੍ਰਿਕ ਇੰਪਲਸਿਸ ਜਿਹੜੀਆਂ ਹੈਗੀਆਂ ਕਾਰਡਿਕ ਮਸਲਸ ਦੇ ਥਰੂ ਉਹ ਸਹੀ ਤਰੀਕੇ ਦੇ ਨਾਲ ਮੈਸੇਜ ਨਹੀਂ ਪਹੁੰਚ ਪਾਉਂਦਾ ਹੈਗਾ, ਹਾਰਟ ਦੀ ਬੀਟਿੰਗ ਰੁਕ ਜਾਂਦੀ ਹੈਗੀ ਹੈ ਨਾ। ਸੋ ਸੀਵੀਅਰ ਪੇਨ ਹੁੰਦੀ ਹਾਰਟ ਦੇ ਵਿੱਚ ਜਦੋਂ ਹਾਰਟ ਅਟੈਕ ਹੁੰਦਾ, ਠੀਕ ਹੈ। ਸਾਹ ਪ੍ਰੋਪਰ ਨਹੀਂ ਆਉਂਦਾ ਹੈਗਾ, ਬੰਦਾ ਰੈਸਟਲੈਸਨੈਸ ਹੋ ਜਾਂਦਾ, ਕਈ ਵਾਰੀ ਨੋਜ਼ੀਆ, ਵੋਮਿਟਿੰਗਸ ਵੀ ਲੱਗ ਜਾਂਦੀਆਂ ਬੰਦੇ ਨੂੰ ਹਾਰਟ ਅਟੈਕ ਦੇ ਦੌਰਾਨ, ਦੇਖੋ ਇੰਨੀ ਜ਼ਿਆਦਾ ਦਰਦ ਹੁੰਦੀ ਹੈ, ਠੀਕ ਹੈ। ਸੋ ਕਲੋਟ ਫਾਰਮੇਸ਼ਨ ਨੂੰ ਅਸੀਂ ਥ੍ਰੋਮਬਸ ਵੀ ਕਹਿੰਦੇ ਹਾਂ ਨਾ। ਸੋ ਇੱਕ ਥ੍ਰੋਮਬਸ ਜਿਹੜਾ ਹੈਗਾ ਹਾਰਟ ਅਟੈਕ ਕਰ ਦਿੰਦਾ। ਸੋ ਕੋਰੋਨਰੀ ਆਰਟਰੀ ਜਿਹੜੀ ਹੈਗੀ ਹੈ
ਹੈ ਨਾ, ਬਲੱਡ ਵੈਸਲਸ ਵਗੈਰਾ, ਬਲੱਡ ਸਟਰੀਮ ਜਿਹੜਾ ਹੈਗਾ, ਠੀਕ ਹੈ, ਸੋ ਉਹਨਾਂ ਦੇ ਥਰੂ ਹੀ ਤਾਂ ਪਹੁੰਚਣਾ ਹੁੰਦਾ। ਸੋ ਆਰਟਰੀ ਇੰਨੀ ਕੁ ਜ਼ਿਆਦਾ ਨੈਰੋ ਹੋ ਜਾਂਦੀ ਹੈ, ਠੀਕ ਹੈ, ਸਹੀ ਤਰੀਕੇ ਦੇ ਨਾਲ ਬਲੱਡ ਸਪਲਾਈ ਜਿਹੜੀ ਹੈਗੀ ਉਹ ਨਹੀਂ ਹੋ ਪਾਉਂਦੀ ਆਰਟਰੀ ਦੇ ਥਰੂ, ਠੀਕ ਹੈ ਨਾ। ਸੋ ਇਸ ਤਰੀਕੇ ਦੇ ਨਾਲ ਮਤਲਬ ਕਿ ਕਲੌਟ ਜਿਹੜਾ ਹੈਗਾ ਉਹ ਅੱਗੇ ਤੋਂ ਅੱਗੇ ਸ਼ਿਫਟ ਵੀ ਹੋ ਸਕਦਾ ਨਾ, ਆਪਣੀ ਪੋਜੀਸ਼ਨ ਜਿਹੜੀ ਹੈਗੀ ਉਹਨੂੰ ਵੀ ਚੇਂਜ ਕਰ ਸਕਦਾ ਹੈਗਾ ਜੇਕਰ ਸਹੀ ਤਰੀਕੇ ਦੇ ਨਾਲ ਬਲੱਡ ਫਲੋ ਨਹੀਂ ਹੋ ਰਿਹਾ। ਇਹਨੂੰ ਅਸੀਂ ਕਹਿੰਦੇ ਆ ਐਂਬੋਲਸ, ਠੀਕ ਹੈ। ਸੋ ਇਹ ਜਿਹੜਾ ਟਰਾਂਸਪੋਰਟਡ ਕਲੌਟ ਹੈਗਾ ਇਹਨੂੰ ਅਸੀਂ ਕੀ ਕਹਿ ਦਿੰਦੇ ਆ, ਐਂਬੋਲਸ। ਨਾ ਰੂਮੈਟਿਕ ਹਾਰਟ ਡਿਜ਼ੀਜ਼ ਤੁਹਾਡੇ ਕੋਲ ਆ ਗਈਆਂ RH-D, ਠੀਕ ਹੈ। ਸੋ ਰੂਮੈਟਿਕ ਹਾਰਟ ਡਿਜ਼ੀਜ਼ ਜਿਹੜੀਆਂ ਹੈਗੀਆਂ ਇੰਡੀਆ ਦੇ ਵਿੱਚ ਪਾਈ ਜਾਂਦੀਆਂ ਜ਼ਿਆਦਾ ਕਰਕੇ ਜਿਹੜੇ ਬੱਚੇ 20 ਸਾਲ ਤੋਂ ਘੱਟ ਉਮਰ ਦੇ ਹੈਗੇ ਆ, ਦੇਖੋ ਅੰਡਰ 20 ਈਅਰਸ ਏਜ ਹੈਗੀ ਜਿਨ੍ਹਾਂ ਦੀ, ਹੈ ਨਾ, ਠੀਕ ਹੈ। ਸੋ ਇਹ ਕਾਹਦੇ ਕਰਕੇ ਹੁੰਦਾ, ਜੇਕਰ ਬੱਚਿਆਂ ਦੇ ਵਿੱਚ ਨਾ ਰੂਮੈਟਿਕ ਫੀਵਰ ਉਹਨਾਂ ਨੂੰ ਬਹੁਤ ਜ਼ਿਆਦਾ ਹੁੰਦਾ। ਇਹ ਫੀਵਰ ਕੀ ਹੈਗਾ, ਠੀਕ ਹੈ, ਕਿ ਬੱਚਿਆਂ ਨੂੰ ਗਲੇ ਦੀ ਇਨਫੈਕਸ਼ਨ ਬਹੁਤ ਜ਼ਿਆਦਾ ਰਹਿੰਦੀ ਹੈ। ਕਿਹੜੇ ਬੈਕਟੀਰੀਆ ਦੇ ਕਰਕੇ, ਠੀਕ ਹੈ, ਸੋ ਸਟੈਪਟੋਕੋਕਸ ਬੈਕਟੀਰੀਆ ਦੇ ਕਰਕੇ ਨਾ ਬੱਚੇ ਨੂੰ ਗਲੇ ਦੀ ਬਹੁਤ ਜ਼ਿਆਦਾ ਇਨਫੈਕਸ਼ਨ ਰਹਿੰਦੀ ਹੈ, ਅਤੇ ਦੇਖੋ ਉਹਨੂੰ ਬੁਖਾਰ ਚੜ੍ਹਦਾ, ਉਸ ਬੁਖਾਰ ਨੂੰ ਅਸੀਂ ਕਹਿੰਦੇ ਨੇ ਰੂਮੈਟਿਕ ਫੀਵਰ। ਰੂਮੈਟਿਕ ਫੀਵਰ ਜਿਹੜਾ ਹੈਗਾ ਉਹਦੇ ਕਰਕੇ ਫਿਰ ਬੱਚਾ ਜਿਹੜਾ ਹੈਗਾ ਉਹਦੇ 'ਚ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ। ਸੋ ਸਿੰਗਲ ਅਟੈਕ ਜਿਹੜਾ ਹੈਗਾ, ਠੀਕ ਹੈ, ਉਹ ਹਾਰਟ ਨੂੰ ਤਾਂ ਅਫੈਕਟ ਨਹੀਂ ਕਰਦਾ, ਪਰ ਬੈਕਟੀਰੀਅਲ ਇਨਫੈਕਸ਼ਨ ਕਈ ਵਾਰੀ ਹਾਰਟ ਤੱਕ ਪਹੁੰਚ ਜਾਂਦੀ ਹੈ ਨਾ, ਠੀਕ ਹੈ। ਸੋ ਬੈਕਟੀਰੀਆ ਜਿਹੜੇ ਹੈਗੇ ਟੌਕਸਿਨਸ ਰਿਲੀਜ਼ ਕਰਨਾ ਸ਼ੁਰੂ ਕਰ ਦਿੰਦੇ ਆ, ਜਿਹਦੇ ਕਰਕੇ ਓਰੀਕੁਲੋ ਵੈਂਟੀਕੁਲੋ ਜਿਹੜੇ ਵਾਲਵਸ ਹੈਗੇ ਉਹ ਇਫੈਕਟ ਹੋ ਜਾਂਦੇ ਆ। ਵਾਲਵਸ ਦੇ ਵਿੱਚ ਦੋ ਤਰੀਕੇ ਦੇ ਡਿਫੈਕਟ ਹੋ ਸਕਦੇ ਆ ਕਿ ਉਹ ਸਹੀ ਤਰੀਕੇ ਦੇ ਨਾਲ, ਇੱਕ ਤਾਂ ਪੂਰੀ ਤਰੀਕੇ ਦੇ ਨਾਲ ਕਲੋਜ਼ ਨਹੀਂ ਹੋ ਪਾਉਂਦੇ ਆ, ਠੀਕ ਹੈ, ਉਹਨਾਂ ਦੇ ਆਲੇ ਦੁਆਲੇ ਦੀ ਓਪਨਿੰਗ ਜਿਹੜੀ ਹੈ ਸਹੀ ਤਰੀਕੇ ਨਾਲ ਕਲੋਜ਼ ਨਹੀਂ ਹੋ ਪਾਉਂਦੀ। ਅਤੇ ਤੁਹਾਨੂੰ ਪਤਾ ਨਾ ਵਾਲਵਸ ਦਾ ਤਾਂ ਬਹੁਤ ਇੰਪੋਰਟੈਂਟ ਫੰਕਸ਼ਨ ਸੀਗਾ ਹਾਰਟ ਦੇ ਅੰਦਰ, ਠੀਕ ਹੈ। ਸੋ ਸਹੀ ਫੰਕਸ਼ਨ ਨਹੀਂ ਕਰ ਪਾਉਣਗੇ ਵਾਲਵਸ, ਬਲੱਡ ਪ੍ਰੈਸ਼ਰ ਲੋ ਹੋ ਜਾਂਦਾ, ਵਾਲਵਸ ਜਿਹੜੇ ਹੈਗੇ ਉਹਨਾਂ ਦੇ ਵਿੱਚ ਡੈਮੇਜ ਹੋ ਜਾਂਦੀ ਹੈ, ਜਿਹਦੇ ਕਰਕੇ ਕਿ ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਦੱਸੀਆਂ ਹੋਈਆਂ ਹਾਰਟ ਦੀਆਂ ਸਾਊਂਡਸ ਵੀ ਜਦੋਂ ਵਾਲਵ ਸਹੀ ਤਰੀਕੇ ਨਾਲ ਫੰਕਸ਼ਨ ਨਹੀਂ ਕਰਦੇ ਤਾਂ ਮਰਮਰ ਸਾਊਂਡ ਨਿਕਲਦੀ ਹੈ, ਅਤੇ ਇੱਦਾਂ ਦੇ ਹਾਰਟ ਨੂੰ ਅਸੀਂ ਕਹਿੰਦੇ ਨੇ ਰੂਮੈਟਿਕ। ਸੋ ਇੱਕ ਪਰਸਨ ਜਿਹਦੇ ਕੋਲ ਕਿ ਰੂਮੈਟਿਕ ਹਾਰਟ ਹੈ ਨਾ, ਠੀਕ ਹੈ, ਸੋ ਉਹਨੂੰ ਪ੍ਰੋਪਰ ਰੈਸਟ ਚਾਹੀਦੀ ਹੈ ਨਾ। ਸੋ ਪੂਅਰ ਸੈਨੀਟੇਸ਼ਨ, ਜੇਕਰ ਸਫਾਈ ਸਹੀ ਤਰੀਕੇ ਨਾਲ ਆਲੇ ਦੁਆਲੇ ਦੇ ਵਿੱਚ ਤੁਹਾਡੇ ਨਹੀਂ ਹੈ, ਠੀਕ ਹੈ, ਓਵਰ ਕਰੋਡਿੰਗ ਦੇ ਕਰਕੇ ਵੀ ਹਾਰਟ ਡਿਜ਼ੀਜ਼ਸ ਹੋ ਸਕਦੀਆਂ ਹੈ। ਹਰ ਇੱਕ ਡਿਜ਼ੀਜ਼ ਦਾ ਤੁਹਾਨੂੰ ਨਾਲ ਕਾਰਨ ਵੀ ਤਾਂ ਦੱਸਣਾ ਹੈਗਾ ਨਾ। ਬੱਚਿਆਂ ਦੇ ਵਿੱਚ ਤਾਂ ਦੱਸ ਦਿੱਤਾ ਵੀ ਜਿਨ੍ਹਾਂ ਨੂੰ ਰੂਮੈਟਿਕ ਫੀਵਰ ਰਹਿੰਦਾ ਸੀ ਉਹਨਾਂ ਨੂੰ ਇਹ ਰੂਮੈਟਿਕ ਡਿਜ਼ੀਜ਼ਸ ਹੋ ਜਾਂਦੀਆਂ, ਪਰ ਜੇਕਰ ਸਫਾਈ ਨਹੀਂ ਹੈ, ਸਹੀ ਤਰੀਕੇ ਨਾਲ ਪ੍ਰੋਪਰ ਸੈਨੀਟੇਸ਼ਨ ਨਹੀਂ ਹੋ ਰਹੀ ਹੈ, ਹੈ ਨਾ, ਠੀਕ ਹੈ, ਓਵਰ ਕਰੋਡਿੰਗ ਦੇ ਕਰਕੇ ਵੀ ਹੋ ਸਕਦੀਆਂ। ਇੱਕ ਸੀਰੀਅਸ ਡੈਮੇਜ ਜਿਹੜੀ ਹੈਗੀ ਹੈ ਵਾਲਵਸ ਨੂੰ, ਠੀਕ ਹੈ, ਉਹ ਜ਼ਿਆਦਾ ਕਰਕੇ ਹੋਰ ਕਾਹਦੇ ਚਾਂਸਿਸ ਵਧਾ ਦਿੰਦੀ ਹੈ, ਕੰਜੈਸਟਿਵ ਹਾਰਟ ਫੇਲੂਅਰ ਦੇ, ਹੈ ਨਾ। ਸੋ ਇਸ ਕੇਸ ਦੇ ਵਿੱਚ ਕੀ ਹੋ ਜਾਂਦਾ ਕਿ ਜਦੋਂ ਵੈਂਟੀਕਲਸ ਕੰਟਰੈਕਟ ਕਰਦੇ ਆ ਨਾ, ਤਾਂ ਤੁਹਾਨੂੰ ਸਾਰਾ ਪਤਾ ਹੈ ਕਿ ਵਾਪਸ ਓਰੀਕਲਸ ਦੇ ਵਿੱਚ ਬਲੱਡ ਆਉਣਾ ਨਹੀਂ ਨਾ ਚਾਹੀਦਾ ਹੈਗਾ, ਠੀਕ ਹੈ। ਪਰ ਜੇਕਰ ਕੰਜੈਸਟਿਵ ਹਾਰਟ ਫੇਲੂਅਰ ਹੈਗਾ, ਠੀਕ ਹੈ, ਸੋ ਜਦੋਂ ਵੈਂਟੀਕਲਸ ਕੰਟਰੈਕਟ ਕਰਦੇ ਤਾਂ ਵਾਪਸ ਬਲੱਡ ਜਿਹੜਾ ਹੈਗਾ, ਠੀਕ ਹੈ, ਉਹਦੇ 'ਚ ਓਰੀਕਲਸ ਦੇ ਵਿੱਚ ਆ ਜਾਂਦਾ। ਸੋ ਇਹਦੇ ਕਰਕੇ ਵੀ ਇਹਨੂੰ ਕਹਿੰਦੇ ਕੰਜੈਸਟਿਵ ਹਾਰਟ ਫੇਲੂਅਰ, ਠੀਕ ਹੈ। ਸੋ ਇਹ ਦੇਖਿਆ ਗਿਆ, ਕਹਿੰਦਾ RH-D ਜਿਹੜੀ ਹੈ ਨਾ, RH-D, ਠੀਕ ਹੈ, ਸੋ ਇਹ ਵਾਇਰਸ ਦੇ ਕਰਕੇ ਵੀ ਡਿਜ਼ੀਜ਼ ਹੋ ਸਕਦੀ ਹੈ, ਠੀਕ ਹੈ। ਸੋ ਸਟੈਪਟੋਕੋਕਸ ਵੀ ਉਹ ਤਾਂ ਹੈ ਹੀ ਹੈ ਕੰਡੀਸ਼ਨਿੰਗ ਏਜੰਟ ਨਾ। ਟੋਬੈਕੋ ਐਂਡ ਹਾਰਟ ਡਿਜ਼ੀਜ਼ਸ, ਸਮੋਕਿੰਗ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਵਧਾ ਦਿੰਦੀ ਹੈ। ਨਿਕੋਟੀਨ ਇੱਕ ਪੋਇਜ਼ਨਸ ਅਲਕਲੋਇਡ ਪ੍ਰੈਜ਼ੈਂਟ ਹੁੰਦਾ ਨਾ, ਠੀਕ ਹੈ। ਸੋ ਜੋ ਨਸ਼ੇ ਕਰਦੇ ਹੈਗੇ ਆ ਅਤੇ ਤੰਬਾਕੂ ਖਾਂਦੇ ਆ, ਉਹਨਾਂ ਦੇ ਅੰਦਰ ਨਿਕੋਟੀਨ ਇੱਕ ਅਲਕਲਾਈਡ ਹੈਗਾ, ਜਿਹਦੇ ਕਰਕੇ ਕਿ ਆਰਟਰੀਜ਼ ਕੰਸਟ੍ਰਿਕਟ ਕਰ ਜਾਂਦੀਆਂ, ਉਹਨਾਂ 'ਚ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਜਾਂਦਾ ਹੈਗਾ, ਠੀਕ ਹੈ ਨਾ। ਸੋ ਅਤੇ ਦੇਖੋ ਜੇਕਰ ਹਾਰਟ ਦੀਆਂ ਆਰਟਰੀਜ਼ ਦੀ ਕੰਸਟ੍ਰਿਕਟ ਹੋ ਗਈ ਤਾਂ ਉਹਦਾ ਇਨਡਾਇਰੈਕਟ ਇਫੈਕਟ ਜਿਹੜੀ ਤੁਹਾਨੂੰ ਉੱਪਰ ਡਿਜ਼ੀਜ਼ ਪੜ੍ਹਾਈ ਹੈ ਵਾਲੀ, ਠੀਕ ਹੈ, ਐਨਜ਼ੀਨਾ, ਠੀਕ ਹੈ, ਪੈਕਟੋਰਿਸ, ਉਹ ਹੋਣ ਦੇ ਚਾਂਸਿਸ ਵੱਧ ਜਾਂਦੇ ਹਨ ਨਾ, ਠੀਕ ਹੈ ਜੀ। ਅੱਗੇ ਤੁਹਾਡੇ ਕੋਲ ਆ ਗਿਆ ਕਾਜ਼ਿਜ਼, ਓਵਰਆਲ ਕਾਜ਼ਿਜ਼, ਹੈ ਨਾ। ਸੋ ਹਾਰਟ ਡਿਜ਼ੀਜ਼ ਦੇ ਓਵਰਆਲ ਕਾਜ਼ਿਜ਼ ਕੀ ਹੈ, ਆਰਟੀਰੀਓਸਕਲੀਰੋਸਿਸ, ਐਥੀਰੋਮਾ, ਰੂਮੈਟਿਕ ਫੀਵਰ, ਵੇਟ ਦਾ ਬਹੁਤ ਜ਼ਿਆਦਾ ਵੱਧ ਜਾਣਾ, ਬਲੱਡ ਪ੍ਰੈਸ਼ਰ ਦਾ ਬਹੁਤ ਜ਼ਿਆਦਾ ਵੱਧ ਜਾਣਾ, ਹੈ ਨਾ, ਠੀਕ ਹੈ, ਕੋਲੈਸਟਰੋਲ ਦਾ ਲੈਵਲ ਬਹੁਤ ਜ਼ਿਆਦਾ ਵੱਧ ਜਾਣਾ, ਰੈਸਪੀਰੇਟਰੀ ਟਰੈਕ ਦੀ ਜੇਕਰ ਤੁਹਾਨੂੰ ਇਨਫੈਕਸ਼ਨ ਰਹਿੰਦੀ ਹੈਗੀ ਹੈ ਨਾ। ਸੈਡੈਂਟਰੀ ਹੈਬਿਟਸ ਦਾ ਕੀ ਮਤਲਬ ਹੈ ਵੀ ਜੇਕਰ ਅਸੀਂ ਐਕਸਰਸਾਈਜ਼ ਨਹੀਂ ਕਰਦੇ ਹਾਂ, ਖਾ ਪੀ ਕੇ ਹਰ ਵੇਲੇ ਬੈਠੇ ਰਹਿੰਦੇ ਹਾਂ, ਸਮੋਕਿੰਗ, ਥਾਇਰੋਇਡ ਗਲੈਂਡ ਜੇਕਰ ਤੁਹਾਡਾ ਸਹੀ ਵਰਕ ਨਹੀਂ ਕਰਦਾ ਪਿਆ, ਵਰਕ ਜ਼ਿਆਦਾ ਅਸੀਂ ਕਰਦੇ ਪਏ ਹਾਂ, ਜਾਂ ਫਿਰ ਹਾਰਟ ਦੇ, ਠੀਕ ਹੈ, ਕੰਜੈਨੀਟਲ ਮੀਨਸ ਬਾਏ ਬਰਥ ਵੀ ਡਿਫੈਕਟਸ ਜਿਹੜੇ ਆ ਉਹ ਹੋ ਸਕਦੇ ਆ। ਸੋ ਹਾਰਟ ਡਿਜ਼ੀਜ਼ ਤੋਂ ਬੱਚੇ ਕਿਸ ਤਰੀਕੇ ਦੇ ਨਾਲ ਬਚਿਆ ਜਾ ਸਕਦਾ, ਜਿੱਦਾਂ ਦੇ ਮਰਜ਼ੀ ਹਾਲਾਤ ਹੋਣ, ਟੈਨਸ਼ਨ ਨਾ ਲਓ, ਸੈਚੂਰੇਟਡ ਫੈਟਸ ਵਗੈਰਾ ਜਿਨ੍ਹਾਂ 'ਚ ਫੈਟਸ ਜ਼ਿਆਦਾ ਹੋਣ ਉਹ ਫੂਡ ਜਿਹੜੇ ਹੈਗੇ ਜ਼ਿਆਦਾ ਨਾ ਖਾਓ। ਜ਼ਿਆਦਾ ਕਰਕੇ ਜਿਹੜੇ 35 ਈਅਰਸ ਦੀ ਏਜ ਤੋਂ ਬਾਅਦ ਕੋਲੈਸਟਰੋਲ ਲੈਵਲ ਬਲੱਡ ਦਾ ਲੋ ਹੀ ਹੋਣਾ ਚਾਹੀਦਾ ਹੈਗਾ। ਓਵਰਵੇਟ, ਠੀਕ ਹੈ, ਮੋਟਾਪਾ ਜਿਹੜਾ ਹੈਗਾ ਨਾ ਆਉਂਦੇ ਹੋ, ਬਲਕੀਨੈਸ ਨਹੀਂ ਹੋਣੀ ਚਾਹੀਦੀ, ਹਲਕੀਆਂ ਐਕਸਰਸਾਈਜ਼ ਕਰਦੇ ਰਹੋ, ਸਮੋਕਿੰਗ ਨਾ ਕਰੋ, ਠੀਕ ਹੈ, ਡਰੱਗਸ ਵਗੈਰਾ ਜਿਹੜੇ ਆ ਉਹਦੀ ਯੂਜ਼ ਜਿਹੜੀ ਹੈਗੀ ਆ ਉਹਨੂੰ ਅਵਾਇਡ ਕਰੋ, ਠੀਕ ਹੈ, ਓਵਰ ਵਰਕ ਸਟ੍ਰੇਨ ਨਾ ਲਓ ਬਹੁਤ ਜ਼ਿਆਦਾ, ਹੈ ਨਾ, ਠੀਕ ਹੈ। ਸੋ ਰੈਸਪੀਰੇਟਰੀ ਟਰੈਕ ਜਿਹੜੀ ਹੈਗੀ ਉਹਨਾਂ ਦੀ ਇਨਫੈਕਸ਼ਨ ਜਿਹੜੀ ਹੈਗੀ ਉਹਨੂੰ ਹੋਣ ਤੋਂ ਰੋਕੋ, ਠੀਕ ਹੈ। ਸੋ ਡਾਕਟਰ ਦੇ ਨਾਲ ਕੰਸਲਟ ਕਰੋ ਜੇਕਰ ਤੁਹਾਨੂੰ ਚੈਸਟ ਦੇ ਵਿੱਚ ਕਿਤੇ ਵੀ ਪੇਨ ਮਹਿਸੂਸ ਹੁੰਦੀ ਹੈ। ਅੱਗੇ ਤੁਹਾਡੇ ਕੋਲ ਆ ਗਿਆ ਹਾਰਟ ਬਲੋਕ, ਠੀਕ ਹੈ।
ਸੋ ਹਾਰਟ ਬਲੋਕ ਕੀ ਹੈ ਕਿ ਬੱਚੇ ਤੁਹਾਨੂੰ ਪਤਾ ਹੀ ਹੈ ਕਿ ਹਾਰਟ ਜਿਹੜਾ ਹੈਗਾ ਉਹ ਤਾਂ ਖੁਦ ਇੰਪਲਸ ਜਨਰੇਟ ਕਰ ਲੈਂਦਾ ਸੀਗਾ ਹੈ ਨਾ, ਠੀਕ ਹੈ। ਜੇਕਰ ਇਲੈਕਟ੍ਰੀਕਲ ਇੰਪਲਸਿਸ ਜਿਹੜੀ ਹੈਗੀ ਉਹਦੀ ਕੰਡਕਸ਼ਨ ਦੇ ਵਿੱਚ ਡਿਲੇ ਹੋ ਰਿਹਾ ਹੈ ਨਾ ਰਾਈਟ ਔਰੀਕਲ ਤੋਂ ਵੈਂਟਰੀਕਲ ਦੇ ਵਿੱਚ, ਠੀਕ ਹੈ। ਸੋ ਉਹ ਕੀ ਹੈ ਤੁਹਾਨੂੰ ਪਤਾ ਨਾ ਪ੍ਰਕਿੰਜੀ ਸਿਸਟਮ ਸੀਗਾ ਹਾਰਟ ਦੇ ਵਿੱਚ, ਸੋ ਇੰਪਲਸ ਨੂੰ ਕਿਸ ਤਰੀਕੇ ਦੇ ਨਾਲ ਟਰਾਂਸਫਰ ਕਰਦਾ ਸੀ। ਸੋ ਇਸ ਤਰੀਕੇ ਨਾਲ ਉਹ ਬਲੋਕੇਜ ਹੋ ਸਕਦੀ ਇੰਪਲਸਿਸ ਦੀ। ਇਹ ਵੀ ਬਲੋਕ ਹੈ, ਠੀਕ ਹੈ, ਜਿਹਦੇ 'ਚ ਐਸੇ ਨੋਡ ਤੋਂ ਇੰਪਲਸ ਆਈ ਹੈ ਪਰ ਉਹ ਵੀ ਨੋਡ ਤੱਕ ਨਹੀਂ ਪਹੁੰਚ ਪਾਈ। ਪੰਡਲ ਬ੍ਰਾਂਚ ਬਲੋਕ ਹੈ, ਠੀਕ ਹੈ ਨਾ। ਸੋ ਜਿੱਥੇ ਕਿ ਇੰਪਲਸਿਸ ਜਿਹੜੀਆਂ ਹੈਗੀਆਂ ਵੈਂਟੀਕਲ ਤੱਕ ਪਹੁੰਚ ਹੀ ਨਹੀਂ ਪਾਈਆਂ ਹੈਗੀਆਂ, ਠੀਕ ਹੈ। ਸੋ ਇਸ ਕੇਸ ਦੇ ਵਿੱਚ ਸਿਰਫ ਇੱਕ ਹੀ ਬ੍ਰਾਂਚ ਜਿਹੜੀ ਹੈਗੀ ਨਾ ਬੰਡਲ ਆਫ ਹੀਸ ਦੀ ਉਹ ਇਨਵੋਲਵਡ ਹੁੰਦੀ ਨਾ, ਪੂਰਾ ਨਹੀਂ ਫੰਕਸ਼ਨ ਕਰ ਪਾਉਂਦਾ ਬੰਡਲ ਆਫ ਹੀਸ ਵੀ, ਠੀਕ ਹੈ। ਸੋ ਜਿਹਦੇ ਕਰਕੇ ਕਿ ਵੈਂਟੀਕਲਸ ਤੱਕ ਇੰਪਲਸ ਹੀ ਨਹੀਂ ਪਹੁੰਚ ਪਾਉਂਦੀ ਤਾਂ ਹਾਰਟ ਕਿੱਦਾਂ ਵਰਕ ਕਰੇਗਾ। ਸਟਰੋਕ, ਜਿਹਨੂੰ ਅਸੀਂ ਸੈਰੀਬਰੋ ਵੈਸਕੂਲਰ ਐਕਸੀਡੈਂਟ ਵੀ ਕਹਿੰਦੇ ਆ ਬੱਚੇ, CVA, ਠੀਕ ਹੈ, ਸਟਰੋਕ ਨੂੰ। ਸੋ ਇਹ ਇੱਕ ਤਰ੍ਹਾਂ ਦੀ ਬ੍ਰੇਨ ਡੈਮੇਜ ਹੈ ਨਾ, ਸਡਨ ਲੋਸ ਹੋ ਗਈ ਹੈ ਕੁਝ ਫੰਕਸ਼ਨਸ ਦੀ, ਜਿੱਦਾਂ ਪਰਸਨ ਜਿਹੜਾ ਹੈਗਾ ਉਹ ਬੋਲਣਾ ਬੰਦ ਹੋ ਗਿਆ, ਉਹਦੀ ਮੈਮਰੀ ਚਲੀ ਗਈ, ਉਹਦੇ ਸੁਣਨ ਦੀ ਕੈਪੈਸਿਟੀ ਚਲੀ ਗਈ, ਉਹਦੇ ਲਿੰਬਸ ਨੂੰ ਪੈਰਾਲਾਈਸਿਸ ਹੋ ਗਿਆ, ਉਹਨੂੰ ਹੋਸ਼ ਹੀ ਨਹੀਂ ਹੈ ਨਾ, ਬੇਹੋਸ਼ੀ ਦੀ ਹਾਲਤ ਦੇ ਵਿੱਚ ਇੱਕ ਤਰ੍ਹਾਂ ਦਾ ਹੈਗਾ, ਅਤੇ ਅਚਾਨਕ ਡੈਥ ਵੀ ਹੋ ਸਕਦੀ ਹੈ। ਸਟਰੋਕ ਜਿਹੜਾ ਹੈਗਾ ਉਦੋਂ ਹੁੰਦਾ ਕਿ ਜਦੋਂ ਬਲੱਡ ਦੀ ਸਪਲਾਈ ਜਿਹੜੀ ਹੈ ਨਾ ਬ੍ਰੇਨ ਦੇ ਕੁਝ ਪਾਰਟਸ ਨੂੰ ਘਟ ਜਾਂਦੀ ਹੈ ਜਾਂ ਫਿਰ ਰੁਕ ਹੀ ਜਾਂਦੀ ਹੈ ਨਾ, ਜਿਵੇਂ ਕਿ ਆਰਟਰੀ ਦੇ ਵਿੱਚ ਜਿਹੜੀ ਕਿ ਬਲੱਡ ਲੈ ਕੇ ਜਾਂਦੀ ਸੀ ਬ੍ਰੇਨ ਦੇ ਕੁਝ ਪਾਰਟ ਦੇ ਕੋਲ, ਉਹਦੇ 'ਚ ਕਲੌਟ ਫਾਰਮੇਸ਼ਨ ਹੋ ਗਈ ਹੈ, ਠੀਕ ਹੈ, ਜਾਂ ਬ੍ਰੇਨ ਦੀ ਕੁਝ ਆਰਟਰੀ 'ਚ ਹਾਈ ਬਲੱਡ ਪ੍ਰੈਸ਼ਰ ਦੇ ਕਰਕੇ ਰਪਚਰ ਹੋ ਗਈਆਂ ਨੇ, ਹੈ ਨਾ, ਜਾਂ ਫਿਰ ਇੱਕਦਮ ਕੰਟਰੈਕਸ਼ਨ ਹੋ ਗਈ ਹੈ ਬ੍ਰੇਨ ਦੀਆਂ ਕੁਝ ਆਰਟਰੀਜ਼ ਦੀ। ਬ੍ਰੇਨ ਕਿਉਂਕਿ ਬੱਚੇ ਬ੍ਰੇਨ ਹੀ ਤਾਂ ਸਾਰਾ ਰਿਮੋਟ ਕੰਟਰੋਲ ਹੈ ਨਾ ਬੋਡੀ ਦਾ। ਸੋ ਇਹ ਸਾਰਿਆਂ ਦੇ ਕਰਕੇ ਨਰਵ ਸੈਲਸ ਜਿਹੜੇ ਹੈਗੇ ਆ ਬ੍ਰੇਨ ਦੇ ਬਹੁਤ ਜ਼ਿਆਦਾ ਅਫੈਕਟਡ ਹੋ ਜਾਂਦੇ, ਕਿਉਂਕਿ ਉਹਨਾਂ ਨੂੰ ਪ੍ਰੋਪਰ ਆਕਸੀਜਨ ਪ੍ਰੋਪਰ ਗਲੂਕੋਜ਼ ਜਿਹੜਾ ਹੈਗਾ ਨਹੀਂ ਬਣ ਪਾਉਂਦਾ, ਉਹ ਡੈਮੇਜ ਹੋ ਜਾਂਦੇ ਆ। ਸੋ ਪਾਰਟ ਆਫ ਦਾ ਬੋਡੀ ਜਿਹੜੇ ਕਿ ਕੰਟਰੋਲ ਕੀਤੇ ਜਾਂਦੇ ਸੀ ਨਾ ਬ੍ਰੇਨ ਦੇ ਇਹਨਾਂ ਰੀਜਨਸ ਦੇ ਦੁਆਰਾ, ਹੁਣ ਜਿੱਥੇ ਕਿ ਨਰਵ ਸੈਲਸ ਜਿਹੜੇ ਹੈਗੇ ਡੈਮੇਜ ਹੋ ਚੁੱਕੇ ਆ, ਉਹ ਸਹੀ ਤਰੀਕੇ ਦੇ ਨਾਲ ਫੰਕਸ਼ਨ ਨਹੀਂ ਕਰ ਪਾਉਂਦੇ ਆ। ਅੱਗੇ ਤੁਹਾਡੇ ਕੋਲ ਆ ਗਿਆ ਆਰਟਰੀਅਲ ਫਾਈਬ੍ਰਿਲੇਸ਼ਨ, ਠੀਕ ਹੈ। ਸੋ ਇੱਕ ਹਾਰਟ ਜਿਹੜਾ ਹੈਗਾ, ਠੀਕ ਹੈ, ਇਟ ਇਜ਼ ਏ ਹਾਰਟ ਰਿਦਮ ਡਿਸਟਰਬੈਂਸ ਹੈਗੀ ਹੈ ਨਾ, ਜਿਹਦੇ ਕਰਕੇ ਕਿ ਹਾਰਟ ਬੀਟ ਜਿਹੜੀ ਹੈਗੀ ਹੈ ਜਾਂ ਤਾਂ ਬਹੁਤ ਜ਼ਿਆਦਾ ਫਾਸਟ ਹੋ ਜਾਂਦੀ ਹੈ, ਇਰਰੈਗੂਲਰ ਹੋ ਜਾਂਦੀ ਨਾ। ਹਾਰਟ ਬੀਟ ਵੀ ਤਾਂ ਸਹੀ ਚੱਲਣੀ ਚਾਹੀਦੀ ਆ, ਤੁਹਾਨੂੰ ਪਤਾ ਇੰਨੇ ਮਿੰਟ ਦੇ ਵਿੱਚ ਇੰਨੇ ਵਾਰੀ ਉਹਨੇ ਹਾਰਟ ਨੇ ਬੀਟ ਕਰਨਾ ਹੁੰਦਾ। ਉਹ ਚਲੋ ਥੋੜ੍ਹੀਆਂ ਬਹੁਤੀਆਂ ਕੰਡੀਸ਼ਨਸ ਹੈਗੀਆਂ ਨੇ ਵੀ ਐਕਸਰਸਾਈਜ਼ ਵਗੈਰਾ ਕਰਦੇ ਹਾਂ ਆਪਾਂ, ਹੈਵੀ ਐਕਸਰਸਾਈਜ਼ ਜਾਂ ਕਿੱਦਾਂ। ਸੋ ਆਰਟੀਰੀਅਲ ਫਾਈਬ੍ਰਿਲੇਸ਼ਨ ਨਾਮ ਤੋਂ ਹੀ ਪਤਾ ਲੱਗਦਾ ਪਿਆ ਨੈਚੁਰਲੀ ਇਹਦੇ 'ਚ ਆਰਟਰੀਅਮ ਜਿਹੜਾ ਹੈਗਾ ਨਾ ਜਾਂ ਔਰੀਕਲ ਜਿਹੜੇ ਹਾਰਟ ਦੇ ਚੈਂਬਰ ਹੈ ਉਹਨਾਂ 'ਚ ਕੋਈ ਪ੍ਰੋਬਲਮ ਆਏਗੀ, ਠੀਕ ਹੈ। ਸੋ ਆਰਟਰੀਅਲ ਫਾਈਬ੍ਰਿਲੇਸ਼ਨ ਜਿਹੜੀ ਹੈਗੀ ਆ ਉਹ ਕੀ ਹੈ, ਹਾਰਟ ਦੇ ਜਿਹੜੇ ਉੱਪਰ ਵਾਲੇ ਚੈਂਬਰ ਜਿਹੜੇ ਹੈਗੇ ਆ ਉਹ ਸਮਾਲ ਹੋ ਜਾਂਦੇ ਆ, ਕੰਟਰੈਕਟ ਕਰ ਜਾਂਦੇ ਬੜੀ ਤੇਜ਼ੀ ਦੇ ਨਾਲ, ਅਨਕੋਆਰਡੀਨੇਟਡ ਮੈਨਰ ਦੇ ਵਿੱਚ, ਹੈ ਨਾ। ਸੋ ਆਰਟਰੀਅਲ ਜਿਹੜੀ ਫਾਈਬ੍ਰਿਲੇਸ਼ਨ ਹੈਗੀ ਹੈ, ਸੋ ਇਹਦੇ 'ਚ ਕੀ ਹੈਗਾ ਕਿ ਐਫੀਸ਼ੀਐਂਟ ਪੰਪਿੰਗ ਨਹੀਂ ਹੋ ਰਹੀ, ਹਾਰਟ ਦੀ ਨੋਰਮਲ ਪੰਪਿੰਗ ਨਹੀਂ ਹੋ ਰਹੀ ਹੈ, ਇਹਦੇ ਨਾਲ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਘਟ ਜਾਂਦਾ ਹੈਗਾ, ਠੀਕ ਹੈ। ਸੋ ਬਲੱਡ ਜਿਹੜਾ ਹੈਗਾ ਬੋਡੀ ਟਿਸ਼ੂਜ਼ ਨੂੰ ਪ੍ਰੋਪਰ ਆਕਸੀਜਨ ਨਹੀਂ ਦੇ ਪਾਉਂਦਾ, ਠੀਕ ਹੈ। ਇੱਥੋਂ ਤੱਕ ਕਿ ਹਾਰਟ ਜਿਹੜਾ ਹੈਗਾ ਉਹਨੂੰ ਵੀ ਪ੍ਰੋਪਰ ਆਕਸੀਜਨ ਨਹੀਂ ਮਿਲ ਪਾਉਂਦੀ ਹੈਗੀ ਹੈ, ਠੀਕ ਹੈ ਜੀ। ਟੈਕੀਕਾਰਡੀਆ ਦਾ ਮਤਲਬ ਹੈਗਾ ਫਾਸਟ ਹਾਰਟ ਰੇਟ, ਹੈ ਨਾ। ਨੋਰਮਲ ਹਾਰਟ ਰੇਟ ਤਾਂ ਤੁਹਾਨੂੰ ਪਤਾ ਹੀ ਵੀ 60 ਤੋਂ ਲੈ ਕੇ 100 ਤੱਕ ਬੀਟਸ ਹੋ ਸਕਦੀਆਂ ਪਰ ਮਿੰਟ, ਪਰ ਜੇਕਰ ਹਾਰਟ ਰੇਟ ਜਿਹੜਾ ਹੈਗਾ, ਠੀਕ ਹੈ, ਕੰਟੀਨਿਊਸ ਹੋ ਜਾਵੇ, ਠੀਕ ਹੈ, ਇੰਨਾ ਵੱਧ ਜੇ ਕਿ 100 ਤੋਂ ਵੀ ਅਬਵ, 1 ਮਿੰਟ ਦੇ ਵਿੱਚ 100 ਤੋਂ ਅਬਵ ਹੋ ਜਾਵੇ, ਇਹਨੂੰ ਅਸੀਂ ਕਹਿੰਦੇ ਹਾਂ ਟੈਕੀਕਾਰਡੀਆ, ਠੀਕ ਹੈ ਨਾ। ਸੋ ਇਹ ਐਕਸਰਸਾਈਜ਼ ਦੇ ਦੌਰਾਨ ਵੀ ਵੈਸੇ ਹੋ ਸਕਦਾ ਹੈਗਾ, ਠੀਕ ਹੈ। ਸੋ ਇਹ ਸੀਰੀਅਸ ਪ੍ਰੋਬਲਮ ਹੋ ਸਕਦੀ ਹੈ, ਹਾਰਟ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਲਾਈਫ ਥ੍ਰੈਟਨਿੰਗ ਤਾਂ ਹੁੰਦੀਆਂ ਹੀ ਹੈ ਨਾ। ਹੋ ਕੇ ਤੁਹਾਡੇ ਕੋਲ ਆ ਜਾਂਦਾ ਟ੍ਰੀਟਮੈਂਟ ਆਫ ਕੋਰੋਨਰੀ ਆਰਟਰੀ ਡਿਜ਼ੀਜ਼ਸ ਵੀ, ਜੇਕਰ ਆਰਟਰੀਜ਼ ਦੇ ਵਿੱਚ ਪ੍ਰੋਬਲਮ ਹੈਗੀ ਹੈ ਨਾ, ਠੀਕ ਹੈ। ਸੋ ਫਿਰ ਉਹਨਾਂ ਦਾ ਕਿੱਦਾਂ ਇਲਾਜ ਕੀਤਾ ਜਾ ਸਕਦਾ। ਸੋ ਬੜੀ ਵਾਰੀ ਬੱਚੇ ਤੁਸੀਂ ਸੁਣਿਆ ਹੋਣਾ, ਹਾਂਜੀ ਜੀ ਫਲਾਣੇ ਅੰਕਲ ਨੂੰ ਸਟੰਟ ਪਏ ਹੈ, ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਸੀਗੀ, ਹੈ ਨਾ, ਠੀਕ ਹੈ। ਸੋ ਇਸ ਇੱਦਾਂ ਲਿਖਣ ਦੇ ਵਿੱਚ ਦੇਖੋ ਇਹ ਸਟੈਂਟਸ ਹੁੰਦੇ ਆ, ਠੀਕ ਹੈ। ਸੋ ਐਂਜੀਓਪਲਾਸਟੀ ਐਂਡ ਸਟੈਂਟਸ, ਠੀਕ ਹੈ, ਜਿਹਦੇ 'ਚ ਬੈਲੂਨ ਐਂਜੀਓਪਲਾਸਟੀ ਆ ਜਾਂਦੀ ਹੈ, ਅਤੇ ਸਟੈਂਟ ਪ੍ਰੋਸੀਜਰਸ, ਠੀਕ ਹੈ ਜੀ। ਇਹ ਤੁਹਾਨੂੰ ਬਾਅਦ 'ਚ ਕਰਵਾਵਾਂਗੇ।